ਹੈਲੋ एवरीवन ਵੈਲਕਮ ਟੂ ਸ੍ਰੀ ਸ਼ੌਕਤ ਯੋਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਪੰਜਾਬੀ ਵਿਆਕਰਣ ਦੀ ਨੈਕਸਟ ਵੀਡੀਓ ਲੈ ਕੇ, ਜਿਸ ਦੇ ਵਿੱਚ ਆਪਣਾ ਅੱਜ ਦਾ ਟੌਪਿਕ ਰਹੇਗਾ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਅਤੇ ਭਾਸ਼ਾ ਦੇ ਸੂਤਰ, ਯਾਨੀ ਕਿ ਭਾਸ਼ਾ ਨੂੰ ਸਿਖਾਉਣ ਦੇ ਸੂਤਰ ਕਿਹੜੇ ਰਹਿਣਗੇ। ਤੇ ਆਪਾਂ ਦੱਸ ਦਈਏ ਪੰਜਾਬੀ ਵਿਆਕਰਣ ਦੀ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਆਲਰੇਡੀ ਬਹੁਤ ਸਾਰੇ ਲੈਕਚਰਸ ਆਪਾਂ ਆਲਰੇਡੀ ਅਪਲੋਡ ਕੀਤੇ ਹੋਏ ਹੈ। ਤੇ ਆਪਾਂ ਇਸ ਸੀਰੀਜ਼ ਦੇ ਵਿੱਚ ਇੱਕ ਨਵਾਂ ਲੈਕਚਰ ਲੈ ਕੇ ਆਏ ਹਾਂ। ਤੇ ਇਹ ਜਿਹੜੀ ਸੀਰੀਜ਼ ਹੈ ਉਹ ਆਲ ਪੰਜਾਬ ਗਵਰਨਮੈਂਟ ਐਗਜ਼ਾਮਸ ਦੇ ਲਈ, ਪੀਐਸ ਟੈਟ ਲਈ, ਸੀ ਟੈਟ ਲਈ, ਈਟੀਟੀ ਮਾਸਟਰ ਕੈਡਰ ਦੇ ਪੇਪਰਸ ਦੇ ਵਿੱਚ ਜਿੱਥੇ ਪੰਜਾਬੀ ਵਿਆਕਰਣ ਆਉਂਦੀ ਹੈ, ਪਟਵਾਰੀ ਦੇ ਪੇਪਰ ਦੇ ਵਿੱਚ ਤੇ ਹੋਰ ਸਾਰੇ ਗਵਰਨਮੈਂਟ ਐਗਜ਼ਾਮਸ ਜਿਹੜੇ ਹੈਗੇ ਪੰਜਾਬ ਗਵਰਨਮੈਂਟ ਐਗਜ਼ਾਮਸ, ਉਹਨਾਂ ਲਈ ਇਹ ਵੀਡੀਓਜ਼ ਜਿਹੜੀਆਂ ਯੂਜ਼ਫੁਲ ਰਹਿਣ ਵਾਲੀਆਂ ਨੇ। ਤੇ ਤੁਹਾਡੀ ਜਾਣ ਪਛਾਣ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੇ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਤਾਂ ਉਹਨਾਂ ਲਈ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਯੂਜ਼ਫੁਲ ਹੈ, ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ। ਤੇ ਜੇ ਤੁਹਾਨੂੰ ਇਹ ਵੀਡੀਓ ਯੂਜ਼ਫੁਲ ਲੱਗ ਰਹੀ ਹੈ, ਇਨਫੋਰਮੇਸ਼ਨ ਤੁਹਾਡੇ ਲਈ ਵਧੀਆ ਹੈਗੀ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ। ਤਾਂ ਚਲੋ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ। ਪੰਜਾਬੀ ਵਿਆਕਰਣ ਦੇ ਅੰਡਰ ਅੱਜ ਆਪਾਂ ਪੜ੍ਹਨ ਵਾਲੇ ਹਾਂ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਅਤੇ ਸੂਤਰ। ਹਾਂਜੀ, ਤਾਂ ਹੁਣ ਆਪਾਂ ਕਰਨ ਲੱਗੇ ਹਾਂ ਜੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ। ਭਾਸ਼ਾ ਦੀਆਂ ਵਿਸ਼ੇਸ਼ਤਾਵਾਂ, ਆਪਾਂ ਵਿਸ਼ੇਸ਼ਤਾਵਾਂ ਦਾ ਮਤਲਬ ਕੀ ਹੈਗਾ, ਭਾਸ਼ਾ ਦਾ ਵਿਸ਼ੇਸ਼ਤਾਵਾਂ ਦਾ ਮਤਲਬ ਇਹ ਹੈ ਕਿ ਕਰੈਕਟਰਿਸਟਿਕਸ, ਜੋ ਕੁਛ ਵੀ ਆਪਾਂ ਹੁਣ ਭਾਸ਼ਾ ਬਾਰੇ ਹੁਣ ਤੱਕ ਸਿੱਖਿਆ ਹੈ, ਤਾਂ ਉਸਦੇ ਬੇਸਿਸ 'ਤੇ ਆਪਾਂ ਇਹ ਪਤਾ ਕਰਾਂਗੇ। ਹੁਣ ਜੇ ਆਪਾਂ ਕਹਿੰਦੇ ਹਾਂ ਕਿ ਇਹ ਸਮਝਾਂਗੇ ਕਿ ਭਾਸ਼ਾ ਦੀਆਂ ਫੀਚਰਸ ਕੀ ਨੇ, ਕਰੈਕਟਰਿਸਟਿਕਸ ਕੀ ਨੇ, ਪੰਜਾਬ ਵਿੱਚ ਕਹਿ ਲਈਏ ਤਾਂ ਉਹਦੀਆਂ ਵਿਸ਼ੇਸ਼ਤਾਵਾਂ ਕੀ ਨੇ। ਸਾਰੀਆਂ ਉਹ ਚੀਜ਼ਾਂ ਹੀ ਹੈ, ਉਸ ਤੋਂ ਹੀ ਕੁਛ ਸਿੱਟੇ ਜਿਹੜੇ ਆਪਾਂ ਨਿਕਾਲਾਂਗੇ ਜੋ ਹੁਣ ਤੱਕ ਆਪਾਂ ਪੜ੍ਹਿਆ ਹੈਗਾ। ਦੇਖੋ, ਜਿਵੇਂ ਆਪਾਂ ਕਹਿੰਦੇ ਕਿ ਭਾਸ਼ਾ ਜਿਹੜੀ ਹੈਗੀ ਆ ਉਹ ਵਿਕਾਸ ਕਰਦੀ ਹੈ, ਸਮਾਜ ਦਾ ਵੀ ਅਤੇ ਮਨੁੱਖ ਦਾ ਵੀ। ਅਤੇ ਭਾਸ਼ਾ ਅਗਰ ਜੇ ਵਿਕਾਸ ਕਰਦੀ ਹੈ ਤਾਂ ਇਸਦਾ ਮਤਲਬ ਭਾਸ਼ਾ ਦਾ ਜਿਹੜਾ ਇੱਕ ਕਰੈਕਟਰਿਸਟਿਕ ਕੀ ਹੈ, ਨਿਰੰਤਰ ਵਿਕਾਸ। ਤਾਂ ਭਾਸ਼ਾ ਜਿਹੜੀ ਹੈਗੀ ਆ ਉਸਦਾ ਨਿਰੰਤਰ ਜਿਹੜਾ ਵਿਕਾਸ ਹੁੰਦਾ ਰਹਿੰਦਾ ਹੈ। ਫਸਟ ਪੁਆਇੰਟ ਤੁਸੀਂ ਇਸਦਾ ਬਣਾ ਸਕਦੇ ਹੋ, ਨਿਰੰਤਰ ਵਿਕਾਸ। ਕਿਉਂਕਿ ਭਾਸ਼ਾ ਜਿਹੜੀ ਹੈਗੀ ਆ ਉਹ ਕਦੀ ਵੀ ਰੁਕਦੀ ਨਹੀਂ ਹੈ, ਉਸਦੇ ਵਿੱਚ ਡਾਇਨੇਮਿਕ ਹੈ, ਉਸਦੇ ਵਿੱਚ ਚੇਂਜਿਸ ਜਿਹੜੇ ਆ ਉਹ ਆਉਂਦੇ ਰਹਿੰਦੇ ਨੇ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਸੰਸਕ੍ਰਿਤ ਭਾਸ਼ਾ ਸੀ, ਫਿਰ ਹੌਲੀ ਹੌਲੀ ਭਾਸ਼ਾ ਦਾ ਜਿਹੜਾ ਰੂਪ ਹੈ ਉਹ ਬਦਲਦਾ ਰਹਿੰਦਾ ਹੈ। ਜਿਵੇਂ ਹੁਣ ਸਾਡੀ ਅਗਰ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਜਿਨ੍ਹਾਂ ਨੇ ਵੀ ਸਾਡੇ 'ਤੇ ਆ ਕੇ ਰਾਜ ਕੀਤਾ, ਤਾਂ ਉਹ ਰਾਜ ਕਰਦੇ ਆ ਤਾਂ ਉਹਨਾਂ ਦੀ ਭਾਸ਼ਾਵਾਂ ਦੇ ਕੁਛ ਰੂਪ ਜਿਹੜੇ ਹੈਗੇ ਆ ਉਹਦੇ ਵਿੱਚ ਜਿਹੜੇ ਇਨਕਲੂਡ ਹੋ ਜਾਂਦੇ ਆ, ਉਹਨਾਂ ਦਾ ਅਸਰ ਜਿਹੜਾ ਆਪਣੀ ਭਾਸ਼ਾ 'ਤੇ ਦਿਖਾਈ ਦਿੰਦਾ। ਤਾਂ ਹੌਲੀ ਹੌਲੀ ਉਹ ਭਾਸ਼ਾ ਦੇ ਵਿੱਚ ਹੀ ਇਸ ਤਰ੍ਹਾਂ ਮਿਲ ਜਾਂਦੇ ਆ, ਕਿੱਦਾਂ ਲੱਗਦਾ ਕਿ ਹਾਂ ਇਹੀ ਜਿਹੜੀ ਭਾਸ਼ਾ ਹੈਗੀ ਆ ਉਹ ਭਾਸ਼ਾ ਹੈ, ਲੇਕਿਨ ਉਸਦੇ ਉੱਤੇ ਕੁਝ ਵਿਦੇਸ਼ੀ ਭਾਸ਼ਾਵਾਂ ਦਾ ਵੀ ਅਸਰ ਜਿਹੜਾ ਉਹ ਦਿਖਾਈ ਦਿੰਦਾ। ਤਾਂ ਭਾਸ਼ਾ ਜਿਹੜੀ ਹੈਗੀ ਆ ਉਹਦਾ ਨਿਰੰਤਰ ਵਿਕਾਸ ਹੁੰਦਾ ਰਹਿੰਦਾ, ਡਾਇਨਾਮਿਕ ਹੈ, ਚੇਂਜ ਹੁੰਦੀ ਰਹਿੰਦੀ ਹੈ। ਭਾਸ਼ਾ ਕਦੀ ਵੀ ਰੁਕਦੀ ਨਹੀਂ ਹੈ ਜਾਂ ਠਹਿਰਦੀ ਨਹੀਂ ਹੈ, ਭਾਸ਼ਾ ਦਾ ਨਿਰੰਤਰ ਵਿਕਾਸ ਹੁੰਦਾ ਰਹਿੰਦਾ। ਇਹ ਹੋ ਗਿਆ ਜੀ ਇਸਦੀ ਪਹਿਲੀ ਵਿਸ਼ੇਸ਼ਤਾ। ਦੂਸਰੀ ਆਪਾਂ ਗੱਲ ਕਰਦੇ ਹਾਂ ਕਿ ਭਾਸ਼ਾ ਦਾ ਜਿਹੜਾ ਮੂਲ ਰੂਪ ਹੈ। ਆਪਾਂ ਸਭ ਨੂੰ ਪਤਾ ਹੈ ਕਿ ਮੂਲ ਰੂਪ ਕਿਹੜਾ ਹੈ। ਅਗਰ ਤੁਹਾਨੂੰ ਨਹੀਂ ਪਤਾ ਤਾਂ ਪਿਛਲੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਆਪਾਂ ਡਿਸਕਸ ਕੀਤਾ ਡਿਟੇਲ ਦੇ ਵਿੱਚ। ਭਾਸ਼ਾ ਦਾ ਮੂਲ ਰੂਪ ਕਿਹੜਾ ਹੈ? ਭਾਸ਼ਾ ਦਾ ਮੂਲ ਰੂਪ ਮੌਖਿਕ ਰੂਪ ਹੈ। ਉਹਦਾ ਉਹ ਮੂਲ ਰੂਪ ਜਿਹੜਾ ਅਸੀਂ ਬੋਲ ਕੇ, ਯਾਨੀ ਕਿ ਉਚਾਰਨ ਕਰਕੇ ਜਿਹੜਾ ਆਪਣੇ ਵਿਚਾਰ ਇੱਕ ਪਰਸਨ ਦੂਸਰੇ ਪਰਸਨ ਤੱਕ ਪਹੁੰਚਾਉਂਦਾ ਹੈ, ਉਸਨੂੰ ਅਸੀਂ ਮੌਖਿਕ ਰੂਪ ਕਹਿੰਦੇ ਹਾਂ। ਕਿਉਂਕਿ ਅਸੀਂ ਇਸਨੂੰ ਉਚਾਰਦੇ ਹਾਂ, ਇਸਨੂੰ ਉਚਾਰਨ ਅੰਗਾਂ ਦੇ ਰਾਹੀਂ ਜਿਹੜੀ ਧੁਨੀ ਆਪਾਂ ਆਪਣੇ ਮੂੰਹ ਦੇ ਵਿੱਚੋਂ ਨਿਕਾਲਦੇ ਹਾਂ, ਜੋ ਆਵਾਜ਼ਾਂ ਆਪਣੇ ਮੂੰਹ ਦੇ ਵਿੱਚੋਂ ਨਿਕਾਲਦੇ ਹਾਂ, ਉਹੀ ਭਾਸ਼ਾ ਦਾ ਮੌਖਿਕ ਰੂਪ ਬਣਦਾ। ਲੇਕਿਨ ਇਸੇ ਮੌਖਿਕ ਰੂਪ ਨੂੰ ਜਦੋਂ ਅਸੀਂ ਲਿਖਦੇ ਹਾਂ, ਯਾਨੀ ਕਿ ਇਸਨੂੰ ਲਿਖਣ ਵਾਲਾ ਜਿਹੜਾ ਰੂਪ ਹੈ ਉਸਦੇ ਵਿੱਚ ਤਬਦੀਲ ਕਰਦੇ ਹਾਂ, ਤਾਂ ਸਾਨੂੰ ਕੁਛ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਕੁਛ ਚਿੰਨ੍ਹ, ਕੁਛ ਵਰਨ ਉਹਨਾਂ ਨੂੰ ਦਿੰਦੇ ਹਾਂ, ਤਾਂ ਕਰਕੇ ਉਹ ਭਾਸ਼ਾ ਜਿਹੜੀ ਹੈ ਪੂਰੀ ਲਿਖੀ ਜਾਂਦੀ ਹੈ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਜਿਹੜੀ ਭਾਸ਼ਾ ਹੁੰਦੀ ਹੈ, ਜਦੋਂ ਉਹਦਾ ਲਿਖਿਤ ਰੂਪ ਹੁੰਦਾ, ਭਾਸ਼ਾ ਦਾ ਲਿਖਤ ਰੂਪ ਚਿੰਨ੍ਹਿਤ ਹੈ। ਚਿੰਨ੍ਹਿਤ ਦਾ ਮਤਲਬ ਹੁੰਦਾ ਹੈ ਕਿ ਲਿਖਿਤ ਰੂਪ ਜਿਹੜਾ ਹੈਗਾ ਉਹ ਚਿੰਨ੍ਹਾਂ ਦੇ ਨਾਲ ਬਣਿਆ ਹੋਇਆ। ਉਹਨਾਂ ਨੂੰ ਕੁਝ ਚਿੰਨ੍ਹ ਇੱਦਾਂ ਦੇ ਦਿੱਤੇ ਹੋਏ ਨੇ ਜਿਹਦੇ ਨਾਲ ਅਸੀਂ ਭਾਸ਼ਾ ਨੂੰ ਲਿਖਦੇ ਹਾਂ। ਹਰ ਭਾਸ਼ਾ ਦੇ ਆਪਣੇ ਚਿੰਨ੍ਹ ਹੁੰਦੇ ਆ, ਆਪਣਾ ਲਿਖਿਤ ਰੂਪ ਹੁੰਦਾ। ਤਾਂ ਹਰ ਇੱਕ ਲਿਖਿਤ ਰੂਪ ਦਾ ਆਪਣੇ ਚਿੰਨ੍ਹ ਜਿਹੜੇ ਆ ਉਹ ਹੁੰਦੇ ਆ। ਅਤੇ ਆਪਣੇ ਚਿੰਨ੍ਹ ਹੋਣ ਦਾ ਮਤਲਬ ਹੈਗਾ ਕਿ ਹਰ ਇੱਕ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ। ਇਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਹੀ ਲਿਪੀ ਕਿਹਾ ਜਾਂਦਾ ਹੈ, ਕਿਉਂਕਿ ਇੱਕ ਭਾਸ਼ਾ ਨੂੰ ਲਿਖਣ ਲਈ ਕੁਝ ਚਿੰਨ੍ਹਾਂ ਦੀ ਜ਼ਰੂਰਤ ਪੈਂਦੀ ਹੈ, ਅਤੇ ਉਹਨਾਂ ਹੀ ਚਿੰਨ੍ਹਾਂ ਦੇ ਰੂਪ ਨੂੰ, ਉਹਨਾਂ ਹੀ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਅਤੇ ਲਿਪੀ ਦੀ ਮਦਦ ਨਾਲ ਹੀ ਕਿਸੇ ਭਾਸ਼ਾ ਨੂੰ ਲਿਖਿਤ ਰੂਪ ਵਿੱਚ ਲਿਖਿਆ ਜਾਂਦਾ ਹੈ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਹਰੇਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ, ਜੋ ਉਸ ਭਾਸ਼ਾ ਨੂੰ ਲਿਖਣ ਦੇ ਵਿੱਚ ਮਦਦ ਕਰਦੀ ਹੈ। ਜਿਵੇਂ ਆਪਾਂ ਪੰਜਾਬੀ ਦੀ ਗੱਲ ਕਰ ਲਈਏ ਤਾਂ ਪੰਜਾਬੀ ਦੀ ਜਿਹੜੀ ਲਿਪੀ ਹੈਗੀ ਆ ਉਹ ਕਿਹੜੀ ਹੈਗੀ ਹੈ ਜੀ? ਗੁਰਮੁਖੀ ਲਿਪੀ। ਹਿੰਦੀ ਦੀ ਆਪਾਂ ਗੱਲ ਕਰ ਲਈਏ ਤਾਂ ਉਹਦੀ ਲਿਪੀ ਕਿਹੜੀ ਹੈਗੀ ਹੈ? ਦੇਵਨਾਗਰੀ ਲਿਪੀ। ਤਾਂ ਇਸੇ ਤਰ੍ਹਾਂ ਅਗਰ ਆਪਾਂ ਸੰਸਕ੍ਰਿਤ ਦੀ ਗੱਲ ਕਰ ਲਈਏ ਤਾਂ ਉਹਦੀ ਆਪਣੀ ਹੈਗੀ ਹੈ ਬ੍ਰਹਮੀ ਲਿਪੀ। ਤਾਂ ਹਰ ਇੱਕ ਭਾਸ਼ਾ ਨੂੰ ਲਿਖਣ ਲਈ ਉਹਦੀ ਆਪਣੀ ਲਿਪੀ ਹੁੰਦੀ ਹੈ।
ਹਾਂਜੀ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਇੱਕ ਮਾਤ ਭਾਸ਼ਾ ਬਾਰੇ ਪੜ੍ਹਿਆ ਸੀ, ਜਿਸ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਬੱਚਾ ਜਿਹੜਾ ਹੈ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਜਿਹੜੀ ਹੈਗੀ ਹੈ ਉਹ ਕਿਵੇਂ ਗ੍ਰਹਿਣ ਕਰਦਾ ਹੈ। ਉਹ ਆਪਣੇ ਪਰਿਵਾਰ ਦੇ ਵਿੱਚ ਆਸ-ਪਾਸ ਤੋਂ ਭਾਸ਼ਾ ਨੂੰ ਸੁਣਦਾ ਹੋਇਆ, ਅਨੁਕਰਨ ਕਰਦਾ ਹੋਇਆ ਭਾਸ਼ਾ ਨੂੰ ਗ੍ਰਹਿਣ ਕਰਦਾ ਹੈ। ਯਾਨੀ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਉਦੋਂ ਉਸ ਵਕਤ ਉਸਨੂੰ ਕੋਈ ਭਾਸ਼ਾ ਜਿਹੜੀ ਆ ਉਹ ਨਹੀਂ ਆਉਂਦੀ ਹੁੰਦੀ। ਭਾਸ਼ਾ ਉਹ ਜਾਂ ਤਾਂ ਆਲੇ ਦੁਆਲੇ ਤੋਂ ਗ੍ਰਹਿਣ ਕਰਦਾ ਜਾਂ ਫਿਰ ਸਕੂਲ ਦੇ ਵਿੱਚ ਜਾ ਕੇ ਜੋ ਹੈ ਉਹ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਭਾਸ਼ਾ ਨੂੰ ਸਿੱਖਦਾ ਹੈ। ਤਾਂ ਇੱਥੋਂ ਇਹ ਸਿੱਟਾ ਨਿਕਲਿਆ ਜਾ ਸਕਦਾ ਜਿਹੜੀ ਭਾਸ਼ਾ ਹੈਗੀ ਉਹ ਜਨਮਜਾਤ ਨਹੀਂ ਹੈ। ਤਾਂ ਅਲੱਗ ਜਿਹੜਾ ਪੁਆਇੰਟ ਨਿਕਲੇਗਾ ਉਹ ਇਹ ਹੈਗਾ, ਭਾਸ਼ਾ ਜਨਮਜਾਤ ਨਹੀਂ ਹੈ ਦਾ ਮਤਲਬ ਇਹ ਹੈਗਾ ਕਿ ਜਨਮ ਤੋਂ ਹੀ ਕੋਈ ਐਸਾ ਗੁਣ ਨਹੀਂ ਹੈ ਕਿ ਜਨਮ ਤੋਂ ਹੀ ਉਹ ਬੰਦੇ ਦੇ ਅੰਦਰ ਹੋਵੇ। ਭਾਸ਼ਾ ਜਿਹੜੀ ਹੈਗੀ ਹੈ ਉਹ ਜਨਮ ਤੋਂ ਬਾਅਦ ਸਿੱਖੀ ਜਾ ਸਕਦੀ ਹੈ, ਜਨਮਜਾਤ ਨਹੀਂ ਹੁੰਦੀ। ਯਾਨੀ ਕਿ ਜਨਮਜਾਤ ਦਾ ਕੋਈ ਗੁਣ ਨਹੀਂ ਹੈ ਕਿ ਜਿਸ ਦੇ ਜਨਮ ਦੇ ਵਿੱਚ ਉਹਦੇ ਪਾਸੇ ਗੁਣ ਹੋਏਗਾ ਬਸ ਉਹੀ ਸਿੱਖ ਸਕਦਾ, ਇੱਦਾਂ ਨਹੀਂ ਹੁੰਦਾ। ਭਾਸ਼ਾ ਸਾਰੇ ਹੀ ਜਨਮ ਤੋਂ ਬਾਅਦ ਜਿਹੜੀ ਆ ਉਹ ਸਿੱਖ ਸਕਦੇ ਨੇ। ਬਾਕੀ ਜਦੋਂ ਆਪਾਂ ਮਾਤ ਭਾਸ਼ਾ ਦੀ ਗੱਲ ਕੀਤੀ ਸੀ, ਉਦੋਂ ਆਪਾਂ ਇੱਕ ਹੋਰ ਗੱਲ ਕੀਤੀ ਸੀ ਕਿ ਮਾਤ ਭਾਸ਼ਾ ਨੂੰ ਹਮੇਸ਼ਾ ਅਨੁਕਰਨ ਨਾਲ ਸਿੱਖਿਆ ਜਾਂਦਾ ਹੈ। ਤਾਂ ਭਾਸ਼ਾ ਜਿਹੜੀ ਹੈ ਹਮੇਸ਼ਾ ਜਿਹੜੀ ਸਾਡੀ ਫਸਟ ਲੈਂਗੁਏਜ ਹੁੰਦੀ ਹੈ ਜਾਂ ਜਿਸ ਨੂੰ ਅਸੀਂ ਮਦਰ ਟੰਗ ਕਹਿੰਦੇ ਹਾਂ ਆਪਣੀ, ਤਾਂ ਉਹ ਹਮੇਸ਼ਾ ਜਿਹੜੀ ਹੈ ਅਨੁਕਰਨ ਨਾਲ ਹੀ ਸਿੱਖੀ ਜਾਂਦੀ ਹੈ। ਤਾਂ ਭਾਸ਼ਾ ਜਿਹੜੀ ਹੈਗੀ ਹੈ ਮੇਨਲੀ ਅਨੁਕਰਨ ਦਾ ਮਤਲਬ ਹੋ ਗਿਆ ਨਕਲ ਦੇ ਰਾਹੀਂ ਹੀ ਸਿੱਖੀ ਜਾਂਦੀ ਹੈ, ਕਿਉਂਕਿ ਸਾਨੂੰ ਸਾਡੀ ਮਦਰ ਟੰਗ ਹੀ ਜਿਹੜੀ ਆ ਉਹ ਸਭ ਤੋਂ ਵਧੀਆ ਤਰੀਕੇ ਨਾਲ ਆਉਂਦੀ ਹੈ। ਅਤੇ ਅਸੀਂ ਆਪਣੇ ਜਿਹੜੇ ਵਿਚਾਰ ਹੈ ਉਹ ਮੁੱਢਲੇ ਰੂਪ ਦੇ ਵਿੱਚ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਪੇਸ਼ ਕਰਦੇ ਹਾਂ। ਤਾਂ ਜਿਹੜੀ ਭਾਸ਼ਾ ਹੈਗੀ ਆ ਉਹ ਅਨੁਕਰਨ ਨਾਲ ਹੀ ਸਿੱਖੀ ਜਾਂਦੀ ਹੈ। ਭਾਸ਼ਾ ਦਾ ਆਪਾਂ ਸਮਝ ਲਿਆ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ, ਨਿਰੰਤਰ ਗਤੀਸ਼ੀਲ ਹੈ, ਡਾਇਨਾਮਿਕ ਹੈ, ਚੇਂਜ ਹੁੰਦੀ ਰਹਿੰਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਕਿ ਇਸਦਾ ਮੌਖਿਕ ਰੂਪ ਜਿਹੜਾ ਉਹ ਮੂਲ ਰੂਪ ਮੰਨਿਆ ਜਾਂਦਾ ਹੈ। ਮੌਖਿਕ ਰੂਪ ਨੂੰ ਲਿਖਿਤ ਰੂਪ ਜਿਹੜਾ ਇਸਦਾ ਉਹ ਚਿੰਨ੍ਹਿਤ ਹੁੰਦਾ, ਯਾਨੀ ਕਿ ਉਹਨਾਂ ਨੂੰ ਕਿਸੇ ਚਿੰਨ੍ਹਾਂ ਦੇ ਸਮੂਹ ਦੇ ਨਾਲ ਉਸਨੂੰ ਲਿਖਿਆ ਜਾਂਦਾ ਹੈ ਅਤੇ ਉਹਨਾਂ ਹੀ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਹਰੇਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਅਤੇ ਭਾਸ਼ਾ ਜਿਹੜੀ ਹੈ ਉਹਦਾ ਗੁਣ ਜਿਹੜਾ ਹੈ ਉਹ ਜਨਮਜਾਤ ਨਹੀਂ ਹੁੰਦਾ, ਜਨਮ ਤੋਂ ਬਾਅਦ ਵੀ ਜਿਹੜੀ ਭਾਸ਼ਾ ਉਹ ਸਿੱਖੀ ਜਾਂਦੀ ਹੈ। ਕੋਈ ਜਨਮਜਾਤ ਗੁਣ ਵਾਲੀ ਯੋਗਤਾ ਵਾਲੀ ਇੱਥੇ ਕੋਈ ਗੱਲ ਨਹੀਂ ਹੈਗੀ। ਅਤੇ ਅਨੁਕਰਨ ਨਾਲ ਨਕਲ ਕਰਨ ਨਾਲ ਹੀ ਭਾਸ਼ਾ ਜਿਹੜੀ ਆ ਉਹ ਸਿੱਖੀ ਜਾਂਦੀ ਹੈ। ਤਾਂ ਇਹ ਹੋ ਗਈ ਜੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ। ਹਾਂਜੀ, ਤਾਂ ਹੁਣ ਆਪਾਂ ਕਰਨ ਲੱਗੇ ਹਾਂ ਤੇ ਭਾਸ਼ਾ ਦੇ ਜਾਂ ਭਾਸ਼ਾ ਸਿਖਾਉਣ ਦੇ ਸੂਤਰ ਤੋਂ ਮਤਲਬ ਹੈ ਮੈਗਜ਼ੀਮਸ। ਅਗਰ ਤੁਸੀਂ ETT ਕੋਰਸ ਕੀਤਾ ਹੈ ਜਾਂ ਤੁਸੀਂ B.Ed ਕੀਤੀ ਹੈ ਜਾਂ ਤੁਸੀਂ NTT ਕੋਰਸ ਕੀਤਾ ਹੈ ਤਾਂ ਤੁਹਾਨੂੰ ਪਤਾ ਹੋਏਗਾ ਆਪਾਂ ਉੱਥੇ ਇੱਕ ਟੀਚਿੰਗ ਮੈਗਜ਼ੀਮਸ ਜਿਹੜੇ ਆਪਣੇ ਕੋਰਸ ਦੇ ਵਿੱਚ ਪੜ੍ਹਦੇ ਹੁੰਦੇ ਹਾਂ। ਜਿਹੜੀ ਟੀਚਿੰਗ ਯਾਨੀ ਕਿ ਸਿਖਾਉਣ ਦੇ ਇੱਕ ਆਪਾਂ ਸਿਧਾਂਤ ਸੂਤਰ ਮੈਗਜ਼ੀਮਸ ਜਿਹੜੇ ਉੱਥੇ ਪੜ੍ਹਦੇ ਹਾਂ। ਉਸੇ ਤਰ੍ਹਾਂ ਭਾਸ਼ਾ ਨੂੰ ਸਿਖਾਉਣ ਦੇ ਜਿਹੜੇ ਉਸਦੇ ਸੂਤਰ, ਉਸਦੇ ਮੈਗਜ਼ੀਮਸ ਹੈ, ਉਸਦੇ ਸਿਧਾਂਤ ਹੈ, ਉਹਨਾਂ ਬਾਰੇ ਆਪਾਂ ਇੱਥੇ ਗੱਲ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ ਜੋ ਕਿ ਬਹੁਤ ਇੰਪੋਰਟੈਂਟ ਹੈ ਔਰ ਬਿਲਕੁਲ ਸਹੀ ਪੁਆਇੰਟ ਹੈ, ਜੋ ਕਿ ਸਹਿਜ ਸੁਭਾਵਿਕਤਾ। ਇਸਦਾ ਮਤਲਬ ਕੀ ਹੈ ਕਿ ਭਾਸ਼ਾ ਇੱਕ ਐਸੀ ਚੀਜ਼ ਹੈ, ਭਾਸ਼ਾ ਇੱਕ ਐਸਾ ਗੁਣ ਹੈ ਜਿਸ ਨੂੰ ਸਪੈਸ਼ਲੀ ਸਿੱਖਣ ਦੀ ਕੋਈ ਲੋੜ ਨਹੀਂ ਪੈਂਦੀ। ਮਤਲਬ ਭਾਸ਼ਾ ਨੂੰ ਸਹਿਜ ਸੁਭਾਅ ਹੀ ਵਿਅਕਤੀ ਦੇ ਜਿਹੜੇ ਅੰਦਰ ਉਹ ਗ੍ਰਹਿਣ ਕੀਤੀ ਜਾ ਸਕਦੀ ਹੈ। ਭਾਸ਼ਾ ਬਹੁਤ ਹੀ ਸਹਿਜ ਸੁਭਾਅ ਦੇ ਤਰੀਕੇ ਨਾਲ ਆਪਣੇ ਆਪ ਹੀ ਜਿਹੜੀ ਹੈ ਸਿੱਖੀ ਜਾਂਦੀ ਹੈ। ਦੇਖੋ, ਜਿਹੜੀ ਤਾਂ ਆਪਾਂ ਕਿਸੇ ਸਪੈਸ਼ਲ ਵਾਤਾਵਰਨ ਸਿਰਜ ਕੇ ਕਿਸੇ ਖਾਸ ਮਾਹੌਲ ਦੇ ਵਿੱਚ ਆਪਾਂ ਸਿੱਖੀਏ ਉਹ ਤਾਂ ਸੈਕਿੰਡ ਲੈਂਗੁਏਜ ਹੁੰਦੀ ਹੈ, ਦੂਜੀ ਭਾਸ਼ਾ ਹੁੰਦੀ ਹੈ। ਲੇਕਿਨ ਭਾਸ਼ਾ ਜਿਸ ਦੇ ਵਿੱਚ ਅਸੀਂ ਪਹਿਲੀ ਵਾਰ ਆਪਣਾ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨਾ ਸਿੱਖਦੇ ਹਾਂ, ਸਾਡੀ ਮਾਤ ਭਾਸ਼ਾ ਹੁੰਦੀ ਹੈ, ਸਾਡੀ ਪਹਿਲੀ ਭਾਸ਼ਾ ਹੁੰਦੀ ਹੈ, ਤਾਂ ਆਪਾਂ ਪਹਿਲਾਂ ਵੀ ਪੜ੍ਹਿਆ ਉਹ ਅਨੁਕਰਨ ਦੇ ਰਾਹੀਂ ਆਪਣੇ ਆਲੇ ਦੁਆਲੇ ਤੋਂ ਇੱਦਾਂ ਹੀ ਹੱਸਦੇ ਖੇਡਦੇ ਆਸਾਨੀ ਨਾਲ ਗ੍ਰਹਿਣ ਕੀਤੀ ਜਾਂਦੀ ਹੈ। ਉਸਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ, ਸਪੈਸ਼ਲ ਤੋਂ ਉਹਦੇ ਵੱਲ ਕੌਨਸ਼ੀਅਸ ਹੋ ਕੇ ਉਹਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ। ਉਹ ਸਹਿਜ ਸੁਭਾਅ ਹੀ ਸਾਡੇ ਬਿਹੇਵੀਅਰ ਦੇ ਵਿੱਚ ਜਾਂ ਸਾਡੇ ਅੰਦਰ ਜਿਹੜਾ ਉਹ ਗੁਣ ਪੈਦਾ ਹੋ ਜਾਂਦਾ ਹੈ ਭਾਸ਼ਾ ਦਾ। ਅਤੇ ਇਹ ਬਹੁਤ ਹੀ ਸਹਿਜ ਸੁਭਾਅ ਹੈ, ਭਾਸ਼ਾ ਦਾ ਇੱਕ ਗੁਣ ਕਹਿ ਸਕਦੇ ਹੋ, ਭਾਸ਼ਾ ਦਾ ਸਿਧਾਂਤ ਕਹਿ ਸਕਦੇ ਹੋ ਕਿ ਭਾਸ਼ਾ ਜਿਹੜੀ ਹੈਗੀ ਕਿਸੇ ਵੀ ਵਿਅਕਤੀ ਨੂੰ ਬਹੁਤ ਹੀ ਸਹਿਜ ਸੁਭਾਵਿਕ ਤਰੀਕੇ ਨਾਲ ਆਉਂਦੀ ਹੈ। ਦੂਸਰਾ, ਭਾਸ਼ਾ ਦੇ ਸੂਤਰ ਦੀ ਗੱਲ ਕਰ ਲਈ ਜਾਂ ਸਿਧਾਂਤ ਦੀ ਗੱਲ ਕਰ ਲਈ, ਕਿਹੜਾ ਹੋਏਗਾ? ਕਿਰਿਆਸ਼ੀਲ ਅਤੇ ਪ੍ਰਯੋਗ। ਭਾਸ਼ਾ ਜਿਹੜੀ ਹੈਗੀ ਉਹ ਕਿਰਿਆਸ਼ੀਲ ਹੈ, ਯਾਨੀ ਕਿ ਟਾਈਮ ਟੂ ਟਾਈਮ ਉਹਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ ਨੇ, ਨਿਰੰਤਰ ਗਤੀ ਉਹਦੇ ਵਿੱਚ ਗਤੀਸ਼ੀਲ ਰਹਿੰਦੀ ਹੈ, ਨਿਰੰਤਰ ਵਿਕਾਸ ਹੁੰਦਾ ਰਹਿੰਦਾ। ਬਾਕੀ ਹੋਰ ਚੀਜ਼ਾਂ ਦਾ, ਸਿਚੁਏਸ਼ਨ ਦਾ, ਹਾਲਾਤਾਂ ਦਾ, ਉਸ ਵਕਤ ਦੇ ਵਾਤਾਵਰਨ ਦਾ ਜਿਹੜਾ ਹੈ ਉਸ 'ਤੇ ਪ੍ਰਭਾਵ ਪੈਂਦਾ ਰਹਿੰਦਾ ਹੈ ਅਤੇ ਨਵੇਂ ਪ੍ਰਯੋਗਾਂ ਦੇ ਥਰੂ ਜਿਹੜੇ ਆ ਉਹਦੇ ਵਿੱਚ ਚੇਂਜਸ ਆ ਉਹ ਆਉਂਦੇ ਰਹਿੰਦੇ ਨੇ। ਤੀਸਰਾ ਪੁਆਇੰਟ ਇੱਥੇ ਆ ਜਾਂਦਾ ਅਨੁਕਰਨ। ਅਨੁਕਰਨ ਉਹੀ ਨਕਲ ਕਿ ਭਾਸ਼ਾ ਜਿਹੜੀ ਹੈ ਸਹਿਜ ਸੁਭਾਅ ਹੀ ਅਨੁਕਰਨ ਕਰਦਿਆਂ ਜਿਹੜੀ ਹੈ ਇਨਸਾਨ ਸਿੱਖ ਜਾਂਦਾ, ਮਨੁੱਖ ਸਿੱਖ ਜਾਂਦਾ। ਅਨੁਕਰਨ ਦਾ ਮਤਲਬ ਦੂਸਰੇ ਨੂੰ ਦੇਖ ਕੇ ਹੂਬਹੂ ਉਸਦੀ ਹੀ ਨਕਲ ਕਰਨਾ ਅਤੇ ਉੱਦਾਂ ਭਾਸ਼ਾ ਨੂੰ ਸਿੱਖਣਾ। ਬੱਚੇ ਤੁਸੀਂ ਦੇਖੋ, ਛੋਟੇ ਬੱਚੇ ਇਸੇ ਤਰ੍ਹਾਂ ਕਰਦੇ ਆ, ਉਹ ਆਪਣੇ ਵੱਡਿਆਂ ਨੂੰ ਬੋਲਦੇ ਆ, ਸੁਣਦੇ ਆ, ਉਹਨਾਂ ਨੂੰ ਗੱਲਾਂ ਕਰਦੇ ਸੁਣਦੇ ਆ, ਉਹਨਾਂ ਦੇ ਮਤਲਬ ਸਮਝਣ ਦੀ ਕੋਸ਼ਿਸ਼ ਕਰਦੇ ਆ ਅਤੇ ਉਸੇ ਤਰ੍ਹਾਂ ਫਿਰ ਨਕਲ ਕਰਨ ਦੀ ਉਹ ਐਕਟਿੰਗ ਕਰਕੇ ਉਹਨਾਂ ਚੀਜ਼ਾਂ ਨੂੰ ਆਪਣੇ ਵਿੱਚ ਗ੍ਰਹਿਣ ਕਰਦੇ ਨੇ। ਤਾਂ ਭਾਸ਼ਾ ਜਿਹੜੀ ਹੈ ਸਹਿਜ ਸੁਭਾਅ ਹੈ, ਕਿਰਿਆਸ਼ੀਲ ਰਹਿੰਦੀ ਹੈ ਅਤੇ ਅਨੁਕਰਨ ਨਾਲ ਜਿਹੜੀ ਹੈ ਉਹ ਸਿੱਖੀ ਜਾਂਦੀ ਹੈ। ਭਾਸ਼ਾ ਸਿਖਾਉਣ ਦੇ ਸਿਧਾਂਤ ਦਾ ਫੋਰਥ ਪੁਆਇੰਟ ਆਪਣੇ ਕੋਲ ਆਏਗਾ ਅਭਿਆਸ, ਯਾਨੀ ਕਿ ਪ੍ਰੈਕਟਿਸ।
ਜਿੰਨੀ ਇਸ ਚੀਜ਼ ਦੀ ਪ੍ਰੈਕਟਿਸ ਕੀਤੀ ਜਾਏਗੀ, ਜਿੰਨਾ ਇੱਕ ਬੱਚਾ ਭਾਸ਼ਾ ਨੂੰ, ਚਾਹੇ ਕੋਈ ਵੀ ਭਾਸ਼ਾ ਹੈਗੀ, ਜਿਹੜੀ ਵੀ ਭਾਸ਼ਾ ਉਹ ਸਿੱਖਦਾ ਜਾਂ ਦੇਖਦਾ ਆਪਣੇ ਆਲੇ ਦੁਆਲੇ, ਤਾਂ ਜਿੰਨਾ ਉਸਦਾ ਅਭਿਆਸ ਕਰਦਾ ਉਨਾ ਹੀ ਉਸਦੇ ਵਿੱਚ ਉਹ ਪਾਰੰਗਤ ਹੁੰਦਾ ਜਾਂਦਾ ਹੈ। ਤਾਂ ਅਭਿਆਸ ਕਿਸੇ ਵੀ ਚੀਜ਼ ਲਈ ਬਹੁਤ ਜ਼ਰੂਰੀ ਹੈ। ਅਭਿਆਸ ਨਾਲ ਜਿਹੜੀ ਜੋ ਵੀ ਕਲਾ ਤੁਸੀਂ ਸਿੱਖਦੇ ਹੋ ਉਹ ਜਿਹੜੀ ਆ ਹੋਰ ਤੋਂ ਹੋਰ ਜ਼ਿਆਦਾ ਡਿਵੈਲਪ ਉਹ ਹੁੰਦੀ ਜਾਂਦੀ ਹੈ। ਅਤੇ ਭਾਸ਼ਾ ਦੀ ਗੱਲ ਕਰ ਲਈਏ ਤਾਂ ਭਾਸ਼ਾ ਵੀ ਅਭਿਆਸ ਦੇ ਨਾਲ ਜਿਹੜੀ ਆ, ਪ੍ਰੇਰਨਾ ਦੇ ਨਾਲ ਜਿਹੜੀ ਆ ਉਹ ਆਉਂਦੀ ਹੈ। ਨੈਕਸਟ ਆਪਾਂ ਇੱਥੇ ਗੱਲ ਕਰ ਲਈਏ ਵਿਸ਼ਾ ਵਸਤੂ। ਭਾਸ਼ਾ ਨੂੰ ਸਿਖਾਉਣ ਲਈ ਜਿਹੜਾ ਵਿਸ਼ਾ ਵਸਤੂ ਚੁਣਿਆ ਜਾ ਰਿਹਾ ਹੈ, ਜਿਹੜਾ ਟੌਪਿਕ ਚੁਣਿਆ ਜਾ ਰਿਹਾ ਹੈ, ਜਿਹੜਾ ਕੰਟੈਂਟ ਚੁਣਿਆ ਜਾ ਰਿਹਾ, ਉਹ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਭਾਸ਼ਾ ਨੂੰ ਸਿਖਾਉਣ ਦੇ ਵਿੱਚ। ਤਾਂ ਭਾਸ਼ਾ ਦੇ ਸਿਖਾਉਣ ਦੇ ਸਿਧਾਂਤ ਦੇ ਵਿੱਚ ਵਿਸ਼ਾ ਵਸਤੂ ਜਿਹੜਾ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਵਿਸ਼ਾ ਵਸਤੂ ਦਾ ਇਫੈਕਟ ਬਹੁਤ ਪੈਂਦਾ ਹੈ ਜਿਹੜਾ ਵੀ ਸਿੱਖ ਰਿਹਾ ਉਸਦੇ ਮਾਇੰਡ 'ਤੇ। ਤਾਂ ਭਾਸ਼ਾ 'ਤੇ ਔਰ ਭਾਸ਼ਾ ਦੀ ਲੈਂਗੁਏਜ 'ਤੇ ਅਤੇ ਭਾਸ਼ਾ ਨੂੰ ਸਿੱਖਣ ਵਾਲੇ ਦੇ ਮਾਇੰਡ 'ਤੇ ਕਾਫੀ ਇਫੈਕਟ ਪਾਉਂਦਾ ਹੈ ਵਿਸ਼ਾ ਵਸਤੂ, ਕਿ ਤੁਹਾਡਾ ਵਿਸ਼ਾ ਵਸਤੂ ਕਿਹੜਾ ਅਤੇ ਕਿਸ ਵਿਸ਼ਾ ਵਸਤੂ ਨੂੰ ਚੂਜ਼ ਕਰਕੇ ਭਾਸ਼ਾ ਜਿਹੜੀ ਉਹ ਸਿਖਾਈ ਜਾ ਰਹੀ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਆਪਾਂ ਦੇਖਦੇ ਹਾਂ ਰੁਚੀ ਅਤੇ ਯਤਨ। ਦੈਟ ਮੀਨਸ ਭਾਸ਼ਾ ਜਿਹੜੀ ਹੈਗੀ ਆ ਉਹ ਆਪਣੀ ਰੁਚੀ ਅਨੁਸਾਰ ਸਿੱਖੀ ਜਾਂਦੀ ਹੈ, ਆਪਣੇ ਯਤਨ ਕਰਕੇ ਸਿੱਖੀ ਜਾਂਦੀ ਹੈ। ਭਾਸ਼ਾ ਆਪਾਂ ਪਹਿਲਾਂ ਵੀ ਪੜ੍ਹਿਆ, ਕੋਈ ਜਨਮਜਾਤ ਗੁਣ ਨਹੀਂ ਹੈ, ਭਾਸ਼ਾ ਨੂੰ ਸਿੱਖਿਆ ਜਾ ਸਕਦਾ ਹੈ ਰੁਚੀ ਮੁਤਾਬਿਕ, ਯਤਨ ਕਰਕੇ, ਅਭਿਆਸ ਕਰਕੇ ਭਾਸ਼ਾ ਨੂੰ ਜਿਹੜਾ ਸਿੱਖਿਆ ਜਾਂਦਾ ਹੈ। ਭਾਸ਼ਾ ਦਾ ਜਿਹੜਾ ਇੱਕ ਹੋਰ ਸਿਧਾਂਤ ਆਪਾਂ ਕਹਿ ਲਈਏ ਉਹ ਹੈਗਾ ਕਿ ਮੌਖਿਕ ਤੋਂ ਲਿਖਿਤ, ਯਾਨੀ ਕਿ ਭਾਸ਼ਾ ਜਿਹੜੀ ਹੈ ਸਭ ਤੋਂ ਪਹਿਲਾਂ ਮੌਖਿਕ ਰੂਪ ਦੇ ਵਿੱਚ ਹੀ ਸਿੱਖੀ ਜਾਂਦੀ ਹੈ, ਮੌਖਿਕ ਰੂਪ ਦੇ ਵਿੱਚ ਹੀ ਗ੍ਰਹਿਣ ਕੀਤੀ ਜਾਂਦੀ ਹੈ, ਅਤੇ ਫਿਰ ਉਹ ਹੌਲੀ ਹੌਲੀ ਲਿਖਿਤ ਰੂਪ ਤੱਕ ਚੱਲਦੀ ਹੈ। ਜਿਵੇਂ ਆਪਾਂ ਭਾਸ਼ਾ ਦੇ ਕੌਸ਼ਲਾਂ ਦੀ ਵੀ ਗੱਲ ਕਰ ਲਈਏ ਤਾਂ ਸਾਨੂੰ ਪਤਾ ਹੈ ਭਾਸ਼ਾ ਦੇ 4 ਕੌਸ਼ਲ ਹਨ। ਕਿਹੜੇ ਕਿਹੜੇ ਕੌਸ਼ਲ ਹਨ ਭਾਸ਼ਾ ਦੇ? ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਸੁਣਨਾ, ਸੁਣਨ ਤੋਂ ਬਾਅਦ ਬੋਲਣਾ, ਬੋਲਣ ਤੋਂ ਬਾਅਦ ਪੜ੍ਹਨਾ, ਅਤੇ ਫਿਰ ਲਿਖਣਾ। ਤਾਂ ਲਿਖਣਾ ਜਿਹੜਾ ਕੌਸ਼ਲ ਹੈ ਉਹ ਸਭ ਤੋਂ ਅਖੀਰੀ ਕੌਸ਼ਲ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਸੁਣਦਾ ਹੈ ਇੱਕ ਬੱਚਾ ਭਾਸ਼ਾ ਨੂੰ, ਅਤੇ ਉਸ ਤੋਂ ਬਾਅਦ ਫਿਰ ਉਹ ਬੋਲਣਾ ਅਤੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਮੌਖਿਕ ਰੂਪ ਜਿਹੜਾ ਸਭ ਤੋਂ ਪਹਿਲਾਂ ਭਾਸ਼ਾ ਦਾ ਸਿੱਖਿਆ ਜਾਂਦਾ ਹੈ, ਅਤੇ ਫਿਰ ਹੌਲੀ ਹੌਲੀ ਉਹ ਲਿਖਿਤ ਰੂਪ ਵੱਲ ਵੱਧਦਾ ਹੈ। ਇਸ ਤੋਂ ਇਲਾਵਾ ਇਹਦੇ ਹੋਰ ਸਿਧਾਂਤ ਜਾਂ ਸੂਤਰ ਦੀ ਗੱਲ ਕਰ ਲਈਏ, ਜੋ ਭਾਸ਼ਾ ਹੈ ਉਹ ਹਮੇਸ਼ਾ ਸਥੂਲ ਤੋਂ ਸੂਖਮ ਵੱਲ ਨੂੰ ਵੱਧਦੀ ਹੈ। ਸਥੂਲ ਤੋਂ ਸੂਖਮ ਵੱਲ। ਇਸਦਾ ਅਰਥ ਕੀ ਹੈ? ਕਿਉਂਕਿ ਇਸਦਾ ਮਤਲਬ ਹੈ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਵਾਕ ਸਿਖਾਇਆ ਜਾਂਦਾ ਹੈ, ਤਾਂ ਵਾਕ ਤੋਂ ਬਾਅਦ ਫਿਰ ਹੌਲੀ ਹੌਲੀ ਉਸਨੂੰ ਸ਼ਬਦ, ਅਤੇ ਸ਼ਬਦ ਤੋਂ ਬਾਅਦ ਫਿਰ ਉਸਨੂੰ ਵਰਨਾਂ ਤੱਕ ਲੈ ਕੇ ਆਇਆ ਜਾਂਦਾ ਹੈ। ਤਾਂ ਇਸ ਤਰ੍ਹਾਂ ਉਸਨੂੰ ਇੱਕ ਸਥੂਲ ਯਾਨੀ ਕਿ ਇੱਕ ਬੜਾ ਕੰਸੈਪਟ, ਗ੍ਰੋਸ ਕੰਸੈਪਟ ਬਾਰੇ ਦੱਸਦੇ ਹੋਏ ਫਿਰ ਉਸਨੂੰ ਜਿਹੜਾ ਹੈ ਹੌਲੀ ਹੌਲੀ ਵਰਨ ਤੱਕ ਲੈ ਕੇ ਆਇਆ ਜਾਂਦਾ ਹੈ। ਤਾਂ ਇਸ ਨੂੰ ਕਹਿੰਦੇ ਆ ਸਥੂਲ ਤੋਂ ਸੂਖਮ ਵੱਲ ਵਾਲਾ ਕੰਸੈਪਟ। ਮੂਰਤ ਤੋਂ ਅਮੂਰਤ ਵੱਲ ਦਾ ਕੀ ਮਤਲਬ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਭਾਸ਼ਾ ਸਿੱਖਦੇ ਸਮੇਂ, ਸਭ ਤੋਂ ਪਹਿਲਾਂ ਜਦੋਂ ਆਪਾਂ ਵੈਸੇ ਵੀ ਆਪਾਂ ਗੱਲ ਕਰ ਲਈਏ ਕਿ ਟੀਚਿੰਗ ਦੇ ਮੈਗਜ਼ੀਨਸ ਵੀ ਆਪਾਂ ਨੂੰ ਜਿਹੜੇ ਪੜ੍ਹਦੇ ਹਾਂ ਆਪਾਂ ਉਹੀ ਹੁੰਦੇ ਨੇਗੇ ਕਿ ਸਭ ਤੋਂ ਪਹਿਲਾਂ ਜਿਹੜੀ ਮੂਰਤ ਕੰਸੈਪਟ ਦੀ ਗੱਲ ਕੀਤੀ ਜਾਂਦੀ ਹੈ, ਪ੍ਰਤੱਖ ਕੰਸੈਪਟ ਦੀ ਗੱਲ ਕੀਤੀ ਜਾਂਦੀ ਹੈ, ਯਾਨੀ ਕਿ ਉਸ ਚੀਜ਼ ਦੀ ਜਿਹੜੀ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਜਿਹੜੀ ਆ ਉਹ ਦਿਖਾਈ ਦਿੰਦੀ ਹੈ। ਤਾਂ ਦਿਖਾਈ ਦੇਣ ਵਾਲੀ ਚੀਜ਼ ਤੋਂ ਲੈ ਕੇ ਉਸਨੂੰ ਸਿਖਾਉਣ ਤੋਂ ਲੈ ਕੇ ਫਿਰ ਆਪਾਂ ਅਪ੍ਰਤੱਖ ਕੰਸੈਪਟ ਵੱਲ ਜਾਂ ਅਮੂਰਤ ਕੰਸੈਪਟ ਵੱਲ ਆਪਾਂ ਵੱਧਦੇ ਹਾਂ। ਦੈਟ ਮੀਨਸ ਪਹਿਲਾਂ ਦਿਖਾਈ ਦੇਣ ਵਾਲੀ ਪ੍ਰਤੱਖ ਚੀਜ਼ ਦੇ ਰੂਪ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅਤੇ ਹੌਲੀ ਹੌਲੀ ਆਪਾਂ ਉਹਨਾਂ ਚੀਜ਼ਾਂ ਤੱਕ ਪਹੁੰਚਦੇ ਹਾਂ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ, ਜਿਸ ਨੂੰ ਸਿਰਫ ਆਪਾਂ ਇਮੈਜਿਨ ਕਰਕੇ ਜਿਹੜੀ ਇਹ ਚੀਜ਼ ਸਮਝਣੀ ਹੁੰਦੀ ਹੈ। ਤਾਂ ਮੂਰਤ ਤੋਂ ਅਮੂਰਤ ਵੱਲ ਦਾ ਜਿਹੜਾ ਕੰਸੈਪਟ ਹੈਗਾ ਉਹ ਭਾਸ਼ਾ 'ਤੇ ਵੀ ਲਾਗੂ ਹੁੰਦਾ ਹੈ, ਭਾਸ਼ਾ ਦੇ ਸਿਧਾਂਤ 'ਤੇ ਵੀ ਲਾਗੂ ਹੁੰਦਾ ਹੈ। ਭਾਸ਼ਾ ਜਿਹੜੀ ਹੈ ਉਹ ਸਥੂਲ ਤੋਂ ਸੂਖਮ ਵੱਲ, ਯਾਨੀ ਕਿ ਮੂਰਤ ਤੋਂ ਮੂਰਤ ਵੱਲ, ਯਾਨੀ ਕਿ ਪ੍ਰਤੱਖ ਤੋਂ ਅਪ੍ਰਤੱਖ ਵੱਲ ਜਿਹੜੀ ਆ ਉਹ ਵੱਧਦੀ ਹੈ। ਅਤੇ ਇਹ ਹੈਗੇ ਜੀ ਭਾਸ਼ਾ ਦੇ ਕੁਝ ਸੂਤਰ, ਯਾਨੀ ਕਿ ਸਹਿਜ ਸੁਭਾਅ ਉਸਦਾ ਗੁਣ ਹੈ। ਸਹਿਜ ਸੁਭਾਅ ਹੀ ਭਾਸ਼ਾ ਜਿਹੜੀ ਆਉਂਦੀ ਹੈ, ਕਿਰਿਆਸ਼ੀਲ ਅਤੇ ਪ੍ਰਯੋਗਾਂ ਰਾਹੀਂ ਆਉਂਦੀ ਹੈ, ਅਨੁਕਰਨ ਨਕਲ ਕਰਨ ਨਾਲ ਸਿੱਖੀ ਜਾਂਦੀ ਹੈ, ਅਭਿਆਸ ਕਰਨ ਨਾਲ ਇਹ ਹੋਰ ਜ਼ਿਆਦਾ ਡਿਵੈਲਪ ਹੁੰਦੀ ਹੈ। ਜਿਹੜਾ ਭਾਸ਼ਾ ਸਿੱਖ ਰਿਹਾ ਉਹ ਹੋਰ ਜ਼ਿਆਦਾ ਉਸਦੇ ਵਿੱਚ ਮਾਹਿਰ ਹੁੰਦਾ ਹੈ। ਵਿਸ਼ਾ ਵਸਤੂ ਦਾ ਬਹੁਤ ਇਫੈਕਟ ਪੈਂਦਾ ਹੈਗਾ। ਵਿਸ਼ਾ ਵਸਤੂ ਦਾ ਜਿਹੜਾ ਤੁਹਾਡਾ ਵਿਸ਼ਾ ਵਸਤੂ ਹੈ ਭਾਸ਼ਾ ਸਿਖਾਉਣ ਲੱਗਿਆਂ, ਉਹਦਾ ਚੋਣ ਜਿਹੜਾ ਹੈ ਬਹੁਤ ਜ਼ਰੂਰੀ ਔਰ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਰੁਚੀ ਅਤੇ ਯਤਨ ਦੇ ਕਰਨ ਦੇ ਨਾਲ ਨਾਲ ਜਿਹੜੀ ਭਾਸ਼ਾ ਸਿੱਖੀ ਜਾ ਸਕਦੀ ਹੈ। ਭਾਸ਼ਾ ਜਿਹੜੀ ਹੈਗੀ ਹੈ ਉਹ ਮੌਖਿਕ ਤੋਂ ਲਿਖਿਤ ਵੱਲ, ਯਾਨੀ ਕਿ ਮੌਖਿਕ ਰੂਪ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਲਿਖਿਤ ਰੂਪ ਫਿਰ ਉਸ ਤੋਂ ਬਾਅਦ ਸਿੱਖਿਆ ਜਾਂਦਾ ਹੈ। ਅਤੇ ਜਿਹੜੀ ਭਾਸ਼ਾ ਹੈਗੀ ਆ ਉਹ ਸਥੂਲ ਤੋਂ ਸੂਖਮ ਵੱਲ, ਯਾਨੀ ਕਿ ਮੂਰਤ ਤੋਂ ਅਮੂਰਤ ਵੱਲ ਵੱਧਦੀ ਹੈ। ਤਾਂ ਇਹ ਸੀਗੇ ਜੀ ਭਾਸ਼ਾ ਦੇ ਕੁਝ ਸਿਖਾਉਣ ਦੇ ਸੂਤਰ ਜਾਂ ਸਿਧਾਂਤ ਆਪਾਂ ਕਹਿ ਲੈਂਦੇ ਹਾਂ। ਅਤੇ ਇੱਥੇ ਆਪਾਂ ਹੁਣ ਤੱਕ ਕੀ ਕੁਝ ਸਮਝਿਆ ਉਹਦੀ ਆਪਾਂ ਰਿਵੀਜ਼ਨ ਕਰਦੇ ਹਾਂ ਕਿ ਹੁਣ ਤੱਕ ਆਪਾਂ ਜਿਹੜੀ ਗੱਲ ਕੀਤੀ ਹੈ ਉਹ ਪੰਜਾਬੀ ਗ੍ਰਾਮਰ ਦੇ ਵਿੱਚ ਭਾਸ਼ਾ ਬਾਰੇ ਗੱਲ ਕੀਤੀ ਹੈ। ਭਾਸ਼ਾ ਕੋਈ ਵੀ ਹੋਵੇ, ਇੱਥੇ ਕੋਈ ਆਪਾਂ ਪਰਟੀਕੂਲਰ ਇੱਕ ਭਾਸ਼ਾ ਦੀ ਗੱਲ ਨਹੀਂ ਕਰ ਰਹੇ। ਭਾਸ਼ਾ ਹੁੰਦੀ ਹੈ, ਚਾਹੇ ਕੋਈ ਵੀ ਹੋਵੇ, ਉਹਨਾਂ ਦੀ ਭਾਸ਼ਾ ਦੀ ਜ਼ਰੂਰਤ, ਭਾਸ਼ਾ ਕੀ ਹੁੰਦੀ ਹੈ, ਉਸਦੇ ਗੁਣ ਕੀ ਹੁੰਦੇ ਨੇ, ਉਸਦੀ ਮਹੱਤਵ ਕੀ ਹੈ, ਉਸਦੀ ਵਿਸ਼ੇਸ਼ਤਾਵਾਂ ਕੀ ਨੇ, ਉਸਨੂੰ ਸਿਖਾਉਣ ਦੇ ਸਿਧਾਂਤ ਕੀ ਨੇ, ਉਹ ਹਰ ਇੱਕ ਭਾਸ਼ਾ 'ਤੇ ਲਾਗੂ ਹੁੰਦੇ ਨੇ। ਪੰਜਾਬੀ, ਹਿੰਦੀ, ਇੰਗਲਿਸ਼ ਜਾਂ ਹੋਰ ਕੋਈ ਵੀ ਭਾਸ਼ਾ ਹੈਗੀ ਉਹਨਾਂ ਸਾਰਿਆਂ 'ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਾਗੂ ਹੁੰਦੀਆਂ ਨੇ। ਤਾਂ ਹੁਣ ਤੱਕ ਅਸੀਂ ਭਾਸ਼ਾ ਬਾਰੇ ਪੂਰਾ ਡਿਟੇਲ ਦੇ ਵਿੱਚ ਸਮਝ ਲਿਆ ਕਿ ਭਾਸ਼ਾ ਕੀ ਹੁੰਦੀ ਹੈ। ਇਸ ਤੋਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਬਾਰੇ ਡਿਟੇਲ ਦੇ ਵਿੱਚ ਗੱਲ ਕਰਨੀ ਸ਼ੁਰੂ ਕਰਾਂਗੇ।
ਐਂਡ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤੇ ਭਾਸ਼ਾ ਦੇ ਸਾਰੇ ਕਨਸੈਪਟ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਰਹੇ ਹੋਣਗੇ। ਤੇ ਇਸੇ ਤਰ੍ਹਾਂ ਭਾਸ਼ਾ ਔਰ ਪੰਜਾਬੀ ਗ੍ਰਾਮਰ ਦੇ ਰਿਲੇਟਡ ਹੋਰ ਆਉਣ ਵਾਲੇ ਨੈਕਸਟ ਸਾਰੇ ਹੀ ਪੰਜਾਬੀ ਗ੍ਰਾਮਰ ਦੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਪ ਸਿਰ ਪਾਉਣ ਲਈ ਤੁਸੀਂ ਪਲੀਜ਼ ਨੋਟੀਫਿਕੇਸ਼ਨ ਔਨ ਕਰ ਲਓ। ਜਿਵੇਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਉਸ ਦੇ ਨਾਲ ਹੀ ਬੈਲ ਆਈਕਨ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ, ਉਸ 'ਤੇ ਕਲਿੱਕ ਕਰਨ ਤੋਂ ਬਾਅਦ ਆਲ ਕਲਿੱਕ ਕਰਕੇ ਤੁਹਾਨੂੰ ਸਾਰੀ ਜਿਹੜੀ ਨੋਟੀਫਿਕੇਸ਼ਨਸ ਆ ਉਹ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲਣਗੀਆਂ। ਹੁਣ ਤੁਸੀਂ ਮੈਨੂੰ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ।